ਉੱਥੇ ਇੱਕ ਅਦਾਰਾ ਕੰਮ ਕਰ ਰਿਹਾ ਸੀ। ਕੋਈ ਕਾਨਫਰੰਸਿਸ ਕਰਾਉਂਦੇ ਹੋ, ਕੋਈ ਸੈਮੀਨਾਰਸ ਹੁੰਦੇ ਨੇ? ਅੱਜ ਅਸੀਂ ਦੋਸਤ ਇਕੱਠੇ ਸਨ ਤੇ ਕੁਦਰਤੀ ਤੌਕੀਰ ਭਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਕਿ ਤੁਸੀਂ ਇਸ ਕਾਬਲ ਸਮਝਿਆ, ਦੋਸਤਾਂ ਨਾਲ ਮੁਲਾਕਾਤ ਕਰਵਾ ਦਿੱਤੀ। ਔਰ ਜਿੱਥੋਂ ਤੱਕ ਮੇਰੀ ਜ਼ਾਤ ਦੇ ਹਵਾਲੇ ਨਾਲ ਗੱਲ ਹੈ ਕਿ ਜਿਸ ਤਰ੍ਹਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੱਸ ਵੀ ਚੁੱਕੇ ਜੇ। ਟੀਚਿੰਗ ਮੇਰਾ ਪ੍ਰੋਫੈਸ਼ਨ ਰਿਹਾ ਔਰ ਆਫਟਰ ਰਿਟਾਇਰਮੈਂਟ ਮੈਂ ਮੁਲਤਾਨ ਤੋਂ ਲਾਹੌਰ ਸ਼ਿਫਟ ਹੋਇਆ ਤੇ ਉਹਦੀ ਵੀ ਇੱਕ ਰੀਜ਼ਨ ਸੀ ਕਿ ਗਵਰਨਮੈਂਟ ਕਾਲਜ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਸਾਹਿਬ ਆਏ ਸਨ, ਅਸਗਰ ਜ਼ੈਦੀ ਸਾਹਿਬ, ਤੇ ਉਹਨਾਂ ਨਾਲ ਮੁਲਾਕਾਤ ਹੋਈ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਸਾਡੇ ਕੋਲ ਆ ਜਾਓ। ਇਸ ਲਈ ਕਿ ਜ਼ੈਦੀ ਸਾਹਿਬ ਦਾ ਬੈਕਗਰਾਉਂਡ ਇਹ ਸੀ ਕਿ ਉਹਨਾਂ ਨੇ FA ਮੇਰੇ ਕਾਲਜ ਤੋਂ ਕੀਤਾ ਸੀ। ਵੈਸੇ ਮੇਰੇ ਆਉਣ ਤੋਂ ਕੁਛ ਸਾਲ ਪਹਿਲੇ ਉਹ ਪਾਸ ਆਊਟ ਹੋ ਗਿਆ ਸਨ, ਲੇਕਿਨ ਇੱਕ ਤਾਲੁਕ ਉਹਨਾਂ ਦੇ ਨਾਲ ਹੈ ਸੀ ਤੇ ਉਹਦੇ ਨਾਲ ਇਹ ਹੈ ਕਿ ਮੈਨੂੰ ਉਹਨਾਂ ਨੇ ਆਫਰ ਦਿੱਤੀ ਕਿ ਜੀ ਤੁਸੀਂ ਸਾਡੇ ਕੋਲ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ ਤੇ ਆਓ। ਮੈਂ ਆ ਗਿਆ। ਉੱਥੇ ਸਾਡੇ ਇੱਕ ਕੋਲੀਗ ਸਨ, ਡਾਕਟਰ ਕਲਿਆਣ ਸਿੰਘ ਕਲਿਆਣ, ਬਹੁਤ ਵੱਡਾ ਨਾਮ ਹੈ, ਬੜਾ ਅੱਛਾ, ਬਹੁਤ ਕਲਿਆਣ ਸਾਹਿਬ ਪਾਕਿਸਤਾਨ ਦੇ ਪਹਿਲੇ ਸਿੱਖ PhD ਸਕਾਲਰ। ਵਾਹ। ਤੇ ਇੱਕ ਤੇ ਉਹਨਾਂ ਦਾ ਇਹ PhD ਹੋਣਾ ਔਰ ਇਹ ਇੱਕ ਬਹੁਤ ਬੜਾ ਮੈਸੇਜ ਸੀ ਕਿ ਇੱਥੇ ਕੋਈ ਤਫਰੀਕ ਨਹੀਂ ਹੈਗੀ ਮਜ਼ਹਬੀ ਹਵਾਲੇ ਨਾਲ। ਸਹੀ। ਜਿਹੜਾ ਆਪਣੀ ਹਿੰਮਤ ਨਾਲ ਲੱਗਿਆ ਵਧਣਾ ਚਾਹਵੇ ਤੇ ਉਹ ਵੱਧ ਸਕਦਾ, ਕੋਈ ਵੀ ਹੋਵੇ ਚਾਹੇ ਜੀ। ਇਹ ਗੱਲ ਨਹੀਂ ਹੋਏਗੀ ਕਿਹੜਾ ਮਜ਼ਹਬ ਹੈ। ਔਰ ਮੇਰੇ ਵਾਸਤੇ ਤਾਂ ਕੀ ਬਹੁਤ ਬੜੀ ਇੱਕ ਤਰ੍ਹਾਂ ਬਲੇਸਿੰਗ ਸੀ, ਜਾਂ ਇਹ ਹੈ ਕਿ ਬੜਾ ਅੱਛਾ ਇੱਕ ਮਨ ਲੱਗਾ ਕਿ ਮੈਂ ਉਹਨਾਂ ਦੇ ਜਾ ਕੇ ਕੋਲੀਗ ਹੋਇਆ। ਔਰ ਉਹਨਾਂ ਨੇ ਫਿਰ ਮੈਨੂੰ ਇੱਕ ਦਿਨ ਕਿਹਾ ਜੀ ਕਿ ਤੁਹਾਡੀ CV ਚਾਹੀਦੀ। ਅੱਛਾ। ਤੇ ਉਹ ਜ਼ਾਹਿਰ ਅੱਜ ਕੱਲ੍ਹ ਤਾਂ ਬੜਾ ਈਜ਼ੀ ਹੈ, ਤੁਹਾਡੇ ਕੋਲ WhatsApp ਵਿੱਚ ਜਾਂ ਕੰਪਿਊਟਰ ਸੇਵ ਹੁੰਦੀ ਹੈ। ਮੈਂ ਉਹਨਾਂ ਨੂੰ ਦੇਖਤੀ। ਕੁਝ ਦਿਨਾਂ ਬਾਅਦ ਮੈਨੂੰ ਕਾਲ ਆ ਗਈ ਕਿ ਜੀ ਤੁਸੀਂ ਫਲਾਂ ਜਗ੍ਹਾ ਤੇ ਆਓ। ਮੈਂ ਚਲਾ ਗਿਆ ਤੇ ਬਹੁਤ ਸਿੰਪਲ ਸ਼ਾਰਟਲੀ ਇੱਕ ਦੋ ਕੁਐਸਚਨ ਦੇ ਬਾਅਦ ਨਾ ਜੀ, ਕਿਉਂਕਿ CV ਵਿੱਚ ਸਾਰਾ ਕੁਝ ਆ ਜਾਂਦਾ, ਉਹਨਾਂ ਨੇ ਕਿਹਾ ਜੀ ਸੀਟ ਸਾਂਭੋ। ਤੇ ਮੈਂ ਥੋੜਾ ਜਿਹਾ ਹੈਰਾਨ ਵੀ ਹੋਇਆ। ਖੈਰ ਉਹ ਅਦਾਰਾ ਸੀ ਪੂਰੀ ਵਰਲਡ ਵਿੱਚ ਬੜੀ ਫੇਮਸ ਜਗ੍ਹਾ ਹੈ, ਦਿਆਲ ਸਿੰਘ ਟਰਸਟ ਲਾਈਬ੍ਰੇਰੀ। ਜੀ, ਬਹੁਤ ਵੱਡਾ। ਉਹਦੇ ਨਾਲ ਹੀ ਮੁਲਹਿਕ ਹੈ, ਉਸੇ ਬਿਲਡਿੰਗ ਦਾ ਕੋਰਸ ਹੈ, ਉਹਦੇ ਵਿੱਚ ਇਹ ਅਦਾਰਾ ਸੀ। ਤੇ ਉੱਥੇ ਇੱਕ ਅਦਾਰਾ ਕੰਮ ਕਰ ਰਿਹਾ ਸੀ ਜਿਸ ਦੀ ਪ੍ਰਪੋਜ਼ਲ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਯਾਨੀ ਮਹਿਕਮਾ ਔਕਾਫ ਨੂੰ ਇਸ਼ਫਾਕ ਸਾਹਿਬ ਨੇ ਦਿੱਤੀ ਸੀ। ਅੱਛਾ। ਇਸ ਮਹਿਕਮੇ 'ਚ ਨਾ ਜੀ ਔਕਾਫ ਦੇ ਅੰਦਰ ਇੱਕ ਵਿੰਗ ਹੈ ਜਿਸ ਨੂੰ ਸ਼ਰਾਈਨ ਕਿਹਾ ਜਾਂਦਾ ਹੈ। ਜਿੰਨੀਆਂ ਵੀ ਮੁਖਤਲਿਫ ਮਜ਼ਾਹਿਬ ਦੀਆਂ ਪਵਿੱਤਰ ਥਾਵਾਂ ਨੇ ਉਹਨਾਂ ਨੂੰ ਉਹ ਮਹਿਕਮਾ ਲੁੱਕ ਆਫਟਰ ਕਰਦਾ ਹੈ। ਇਸ਼ਫਾਕ ਸਾਹਿਬ ਸੌਰੀ ਕੌਣ? ਕਿਹੜੇ? ਇਸ਼ਫਾਕ ਸਾਹਿਬ ਆਪਣਾ ਡਰਾਮਾ ਇਸ਼ਫਾਕ ਅਹਿਮਦ। ਅੱਛਾ, ਜੀ ਕੋਈ ਇਸ਼ਫਾਕ ਸਾਹਿਬ। ਜੀ 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 ਜ਼ਾਵੀਆ ਵਾਲੇ। ਤੇ ਉਹਨਾਂ ਨੇ ਫਿਰ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੂੰ ਇਹ ਮਸ਼ਵਰਾ ਦਿੱਤਾ, ਔਕਾਫ ਨੂੰ ਇਹ ਕਿਹਾ ਕਿ ਜੀ ਤੁਸੀਂ ਸਿੱਖਾਂ ਲਈ ਬਹੁਤ ਕੰਮ ਕਰ ਰਹੇ ਹੋ ਔਰ ਇਹ ਲਾਇਬ੍ਰੇਰੀ ਚੁੱਕੇ ਦਿਆਲ ਸਿੰਘ ਦੇ ਨਾਂ ਤੋਂ ਹੈ, ਦਿਆਲ ਸਿੰਘ ਖੁਦ ਇੱਕ ਸਿੱਖ ਸਨ, ਤੇ ਤੁਸੀਂ ਇਹਨਾਂ ਲਈ ਕੋਈ ਐਸਾ ਕੰਮ ਕਰੋ ਜਿਹੜਾ ਯਾਦਗਾਰ ਹੋ। ਔਰ ਉਹਦੇ ਵਾਸਤੇ ਇਹ ਹੈ ਕਿ ਤੁਸੀਂ ਰਿਸਰਚ ਸੈਂਟਰ ਬਣਾਓ। ਤੁਸੀਂ ਜਦੋਂ ਸਿੱਖ ਯਾਤਰੀ ਵਿਜ਼ਿਟ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਫੈਸਿਲੀਟੇਟ ਕਰੋ। ਚੁਨਾਚੇ ਇਸ ਬੈਕਗਰਾਉਂਡ ਨੂੰ ਸਾਹਮਣੇ ਰੱਖਦੇ ਹੋਇਆ ਅਦਾਰੇ ਨੇ ਇੱਕ ਅਦਾਰਾ ਬਣਾਇਆ ਜਿਸ ਦਾ ਪਹਿਲਾ ਨਾਂ ਸੀ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਆਫਿਸ। ਵਾਹ। ਔਰ ਬੇਸਿਕਲੀ ਇਸ ਦਾ ਕੰਮ ਸੀ ਇੰਟਰਫੇਥ ਹਾਰਮਨੀ ਔਰ ਸਪੈਸ਼ਲੀ ਸਿੱਖ ਮੁਸਲਿਮ ਹਾਰਮਨੀ। ਔਰ ਇਸ ਅਦਾਰੇ ਨੇ ਨਾ ਜੀ ਜਦੋਂ ਸਿੱਖ ਯਾਤਰੀ ਆਉਂਦੇ ਸਨ, ਮੁਖਤਲਿਫ ਵਿਜ਼ਿਟ ਹੁੰਦੇ ਨੇ ਉਹਨਾਂ ਦੇ, ਇਹ ਹੁਣ ਵੀ ਅੱਜ ਕੱਲ੍ਹ ਮੌਜੂਦ ਨੇ ਕਿਉਂਕਿ ਪੰਜਵੇਂ ਗੁਰੂ ਜਿਹੜੇ ਸਿੱਖਾਂ ਦੇ ਸਨ, ਗੁਰੂ ਅਰਜਨ ਦੇਵ, ਉਹਨਾਂ ਦੀ ਸ਼ਹਾਦਤ ਦਾ ਦਿਨ ਹੈ ਅੱਜ। ਇਸ ਵੇਲੇ ਡੇਰਾ ਸਾਹਿਬ ਵਿੱਚ ਲਾਹੌਰ ਵਿੱਚ ਜਿਹੜਾ ਇਹਨਾਂ ਦਾ ਮਨਾਇਆ ਜਾ ਰਿਹਾ ਗੁਰਦੁਆਰਾ ਹੈ ਉਹਦੇ 'ਚ ਉਹ ਦਿਨ ਮਨਾਇਆ ਜਾ ਰਿਹਾ ਇਸ ਵੇਲੇ, ਉਹਦੀ ਅੱਜ ਸੈਰਾਮਨੀ ਹੈ। ਤੇ ਇਸ ਤਰ੍ਹਾਂ ਕਰਕੇ ਕੁਝ ਇਵੈਂਟਸ ਜਿਹੜੇ ਨਾ ਜੀ ਉਹਨਾਂ ਤੱਕ ਲਿਮਿਟਿਡ ਸੀ ਇਹ ਅਦਾਰਾ। ਜਦੋਂ ਮੈਂ ਇਹਦੀ ਡਾਇਰੈਕਟਰਸ਼ਿਪ ਸੰਭਾਲੀ ਤੇ ਮੈਂ ਕੁਝ ਮਹਿਸੂਸ ਕੀਤਾ ਕਿ ਜਿਵੇਂ ਇਸ ਅਦਾਰੇ ਨੂੰ ਨਾ ਜੀ ਬਾਉਂਡ ਕਰ ਦਿੱਤਾ ਗਿਆ ਕੁਝ ਚੀਜ਼ਾਂ ਤੱਕ, ਤੇ ਜਦ ਕਿ ਬਹੁਤ ਸਾਰੇ ਸਕੋਪ ਐਸੇ ਹਨ ਜਿਹੜਾ ਅਸੀਂ ਕੰਮ ਕਰ ਸਕਦੇ ਹਾਂ। ਮੈਂ ਫਿਰ ਆਪਣੇ ਡਿਪਾਰਟਮੈਂਟ ਨੂੰ ਰਿਕੁਐਸਟ ਕੀਤੀ
ਮੈਂ ਕਿਹਾ ਜੀ ਸਾਨੂੰ ਥੋੜਾ ਜਿਹਾ ਖੁੱਲ ਕੇ ਖੇਲਣ ਦਿਓ। ਤੇ ਉਹ ਫਿਰ ਮੇਰੀ ਗੱਲ ਉਹਨਾਂ ਦੀ ਸਮਝ ਵਿੱਚ ਆ ਗਈ। ਉਹਨਾਂ ਨੇ ਕਿਹਾ ਜੀ ਠੀਕ ਹੈ ਜਿਸ ਤਰ੍ਹਾਂ ਤੁਸੀਂ ਕਹੋ। ਤੇ ਸਭ ਤੋਂ ਪਹਿਲਾਂ ਤਾਂ ਮੈਂ ਸਟੈਪ ਇਹ ਲਿਆ ਜੀ ਕਿ ਮੈਂ ਫੀਲ ਕੀਤਾ ਕਿ ਪੰਜਾਬੀ ਦੀ ਬੇਸ ਦੇ ਉੱਤੇ ਅਦਾਰਾ ਬਣੇ ਤੇ ਪੰਜਾਬੀ ਤਾਂ ਪੂਰੀ ਦੁਨੀਆ 'ਚ ਮੌਜੂਦ ਹੈ ਤੇ ਇਸ ਨੂੰ ਥੋੜੀ ਵੁਸਅਤ ਦੇਣੀ ਚਾਹੀਦੀ ਹੈ। ਸਿਰਫ ਸਿੱਖਾਂ ਦੇ ਇਵੈਂਟਸ ਤੱਕ ਮਹਿਦੂਦ ਨਹੀਂ ਕਰਨਾ ਚਾਹੀਦਾ। ਤੇ ਮੈਂ ਫਿਰ ਇਸ ਦਾ ਨਾਂ ਜਿਹੜਾ ਨਾ ਜੀ ਉਹ ਗਵਰਨਮੈਂਟ ਨੂੰ ਕਿਹਾ ਜੀ ਕਿ ਇਹਨੂੰ ਚੇਂਜ ਕਰੋ। ਉਹਨਾਂ ਨੇ ਕਿਹਾ ਜੀ ਤੁਸੀਂ ਤਜਵੀਜ਼ ਦਿਓ। ਉਹਦੇ 'ਚ 2-4 ਨਾਮ ਆਏ। ਵਰਡ ਸੈਂਟਰ ਫਾਰ ਪੰਜਾਬੀ ਨਾਮ ਜਿਹੜਾ ਨਾ ਜੀ ਉਹ ਫਿਰ ਕਬੂਲ ਕੀਤਾ ਗਿਆ। ਤੇ ਇਸ ਤਰ੍ਹਾਂ ਇਸ ਅਦਾਰੇ ਦਾ ਨਾਮ ਜਿਹੜਾ ਨਾ ਜੀ ਉਹ ਤਕਰੀਬਨ 4 ਸਾਲ ਤੋਂ ਔਨਵਰਡ ਇਹ ਵਰਡ ਸੈਂਟਰ ਫਾਰ ਪੰਜਾਬੀ। ਔਰ ਇਹਦਾ ਇਹ ਹੈ ਕਿ ਜਿੰਨੀ ਵਰਡ ਦੇ ਪੰਜਾਬੀ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠਿਆ ਕੀਤਾ ਗਿਆ। ਉਹਦੀ ਕੁਝ ਰੀਜ਼ਨਸ ਥੋੜੀ ਬੈਕਗਰਾਉਂਡ ਜਿਹੜਾ ਉਹਦੇ ਨਾਲ ਜੁੜੀਆਂ ਵੀ ਨੇ ਕਿ ਪੰਜਾਬੀਆਂ ਨੂੰ ਪਾਰਟੀਸ਼ਨ ਦੇ ਦੌਰ 'ਚ 47 ਵਿੱਚ ਤਕਸੀਮ ਕੀਤਾ ਕਿ ਪੰਜਾਬੀ ਜਿਹੜੇ ਨੇ ਜਿਵੇਂ ਦੇਖੋ ਨਾ ਕਿ ਸਿੱਖਾਂ ਨੂੰ ਚੁੱਕ ਕੇ ਹਿੰਦੁਸਤਾਨ ਵਿੱਚ ਔਰ ਹਿੰਦੁਸਤਾਨ ਤੋਂ ਮੁਸਲਮਾਨਾਂ ਨੂੰ ਲਿਆ ਕੇ ਤੇ ਇੱਧਰ ਦੇ ਪੰਜਾਬ ਵਿੱਚ ਵਸਾਉਣਾ ਸ਼ੁਰੂ ਕੀਤਾ। ਇਹ ਜਿਹੜੀ ਤਫਰੀਕ ਪਾਈ ਗਈ, ਇਹ ਜਿਹੜੀ ਤਕਸੀਮ ਹੋਈ, ਉਹਨੇ ਇੱਕ ਬੜਾ ਧਚਕਾ ਦਿੱਤਾ ਪੰਜਾਬੀ ਏਕਤਾ ਨੂੰ। ਤੇ ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਦੁਬਾਰਾ ਤੋਂ ਰਿਵਾਈਵ ਕਰੀਏ, ਪੰਜਾਬੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਿਆ ਕਰੀਏ। ਔਰ ਮੈਨੂੰ ਇਹ ਕਹਿੰਦਿਆਂ ਹੋਇਆਂ ਬੜਾ ਮਾਣ ਔਰ ਫਖਰ ਮਹਿਸੂਸ ਹੋ ਰਿਹਾ ਕਿ ਇਸ ਵੇਲੇ ਇਸ ਅਦਾਰੇ ਦੀ ਸ਼ਨਾਖਤ ਪੂਰੀ ਵਰਲਡ ਵਿੱਚ ਹੈ। ਕਿਸੇ ਵੀ ਵਰਲਡ ਦੇ ਕਿਸੇ ਵੀ ਕੰਟਰੀ ਤੋਂ ਤਾਲੁਕ ਰੱਖਣ ਵਾਲੇ ਤੁਸੀਂ ਪੰਜਾਬੀ ਨੂੰ ਪੁੱਛੋਗੇ ਤੇ ਉਹ ਮੇਰੇ ਨਾਲ ਮਿਲਿਆ ਜਾਂ ਨਹੀਂ ਮਿਲਿਆ, ਲੇਕਿਨ ਮੇਰੇ ਨਾਂ ਤੋਂ ਵਾਕਿਫ ਹੋਏਗਾ, ਅਦਾਰੇ ਦੇ ਨਾਂ ਤੋਂ ਵਾਕਿਫ। ਡਾਕਟਰ ਸਾਹਿਬ ਬਹੁਤ ਤੁਹਾਡੀ ਗੁਫ਼ਤਗੂ ਦਰਮਿਆਨ ਦੇ ਵਿੱਚ ਮੈਂ ਇੰਟਰਪਟ ਤੁਹਾਨੂੰ ਕਰ ਰਿਹਾ। ਉਸ ਤੋਂ ਬਾਅਦ ਮੈਂ ਚਾਹਾਂਗਾ ਕਿ ਡਾਕਟਰ ਨਾਇਲਾ ਸਾਰਿਕ ਨਾਲ ਮੌਜੂਦ ਹੋ, ਪੰਜਾਬੀ ਦੇ ਬਹੁਤ ਬਿਹਤਰੀਨ ਰਿਸਰਚਰ ਔਰ ਹਬੀਬ ਯੂਨੀਵਰਸਿਟੀ 'ਚ ਪੜ੍ਹਾ ਰਹੇ ਹਨ। ਪੰਜਾਬੀ ਦਾ ਇੱਥੇ ਨਾ ਬੂਟਾ ਲਾਇਆ ਯੂਨੀਵਰਸਿਟੀ ਦੇ ਵਿੱਚ ਇਬਤਦਾਈ ਤੌਰ 'ਤੇ, ਔਰ ਇਹ ਵੀ ਤੁਹਾਡੇ ਨਾਲ ਗੱਲ ਕਰਨਗੇ। ਔਰ ਕਨੀਜ਼ ਸਾਹਿਬਾ ਵੀ ਸਾਡੀ ਬੜੀ ਅੱਛੀ ਸ਼ਾਇਰ ਹਨ, ਉਹ ਵੀ ਤੁਹਾਡੇ ਨਾਲ ਗੱਲ ਕਰਨਗੇ ਸਵਾਲ ਕਰ। ਮਗਰ ਮੈਂ ਇੱਕ ਸਵਾਲ ਇਹ ਕਰਨਾ ਚਾਹੁੰਦਾ ਕਿ ਤੁਸੀਂ ਦਰਮਿਆਨ 'ਚ ਜਿਹੜੀ ਗੱਲ ਕੀਤੀ ਸੀ ਇੰਟਰਫੇਥ ਹਾਰਮਨੀ ਦੀ, ਤੁਹਾਡੇ ਸੈਂਟਰਸ ਦੇ ਵਿੱਚ ਜਿਹੜੇ ਸ਼ੁਰੂ ਤੋਂ ਜਿਹੜੀ ਗੱਲ ਕੀਤੀ ਵੀ ਦਰਮਿਆਨ 'ਚ ਆਈ ਔਰ ਖਾਸ ਤੌਰ 'ਤੇ ਸਿੱਖ ਔਰ ਮੁਸਲਮਾਨ ਕਲਚਰ ਰਿਲੀਜਨ ਹੈ ਉਹਦੇ ਦਰਮਿਆਨ ਜ਼ਿਆਦਾ, ਕਿਉਂਕਿ ਬੇਸਿਕਲੀ ਪੰਜਾਬ ਦੇ ਵਿੱਚ ਔਰ ਜਿੱਦੇ ਬਹੁਤ ਸਾਰੇ ਮਸਾਇਲ ਵੀ ਜਿਹੜੇ ਪੈਦਾ ਹੋਏ ਸਨ ਸ਼ੁਰੂ ਦੇ ਵਿੱਚ, ਯਾਨੀ ਕਿ ਕਿਉਂਕਿ ਅਸਾਂ ਜਿਸ ਵੇਲੇ ਮਜ਼ਹਬ ਨੂੰ ਵੱਖ-ਵੱਖ ਨਜ਼ਰ ਨਾਲ ਵੇਖਣਾ ਸ਼ੁਰੂ ਕੀਤਾ ਸੀ ਉਸ ਤਰ੍ਹਾਂ ਬਹੁਤ ਸਾਰੇ ਮਸਲੇ ਪੈਦਾ ਹੋਏ ਸਨ। ਮਗਰ ਤੁਹਾਡਾ ਕੀ ਖਿਆਲ ਹੈ ਕਿ ਇਹ ਥੋੜਾ ਮਹਿਦੂਦ, ਹਾਲਾਂਕਿ ਬਹੁਤ ਵੱਡਾ ਕੰਮ ਹੈ ਪਰ ਮਹਿਦੂਦ ਨਹੀਂ ਕਿ ਹੋਰ ਮਜ਼ਹਬ ਵੀ ਇਹਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ, ਕਿਉਂਕਿ ਹੋਰ ਬਹੁਤ ਸਾਰੇ ਇਸ ਤਰ੍ਹਾਂ ਜੈਨਿਜ਼ਮ ਹੈ, ਬੁੱਧਿਜ਼ਮ ਹੈ, ਕ੍ਰਿਸਚੀਅਨਟੀ ਹੈ, ਸਾਰੀ ਬਹੁਤ ਸਾਰੇ, ਤੇ ਗੋ ਕਿ ਤੁਹਾਡਾ ਉਹ ਬੇਸਿਕਲੀ ਤੁਹਾਡਾ ਤਾਂ ਕਲਚਰ ਦਾ ਔਰ ਜ਼ਬਾਨ ਦਾ ਦੂਸਰਾ ਸ਼ੋਬਾ, ਇਹ ਸਵਾਲ ਇਸ ਤਰ੍ਹਾਂ ਇਰਰੀਲੀਵੈਂਟ ਵੀ ਬਣਦਾ ਹੈ। ਮਗਰ ਚूंकि ਮੇਰਾ ਵੀ ਸ਼ੌਕ ਹੈ ਕਿ ਵੀ ਇੰਟਰਫੇਥ ਹਾਰਮਨੀ ਦੀ ਬੜੀ ਜ਼ਰੂਰਤ ਹੈ ਖਾਸ ਕਰ ਇਸ ਦੌਰ ਦੇ, ਇਹਦੇ ਬਾਰੇ ਚ ਤੁਸੀਂ ਕੀ ਕਹੋਗੇ? ਫਕੀਰ ਬੜਾ ਅੱਛਾ ਸਵਾਲ ਹੈ ਤੁਹਾਡਾ। ਮੈਂ ਜਿਸ ਤਰ੍ਹਾਂ ਤਾਰਫ ਕਰਵਾਉਂਦਿਆਂ ਦੱਸਿਆ ਕਿ ਔਕਾਫ ਦਾ ਜਿਹੜਾ ਇੱਕ ਸ਼ਰਾਈਨ ਡਿਪਾਰਟਮੈਂਟ ਹੈ ਨਾ ਜੀ, ਉਹ तमाम ਮਜ਼ਾਹਿਬ ਨੂੰ ਨਾਲ ਲੈ ਕੇ ਚੱਲਦਾ ਹੈ। ਠੀਕ, ਉਹਦੇ ਵਿੱਚ ਹਿੰਦੂ ਵੀ ਨੇ, ਜੈਨ ਵੀ ਨੇ, ਕ੍ਰਿਸਚੀਅਨ ਵੀ ਨੇ, ਮੁਸਲਿਮ ਵੀ ਨੇ, ਸਭ ਮਜ਼ਾਹਿਬ। ਠੀਕ, ਸਿੱਖ ਉਹਦੇ 'ਚ ਡੋਮੀਨੇਟ ਕਰਦੇ ਨੇ ਕਿਉਂਕਿ ਉਹਨਾਂ ਦਾ ਤਾਲੁਕ ਡਾਇਰੈਕਟਲੀ ਪੰਜਾਬ ਨਾਲ ਹੈ। ਪੰਜਾਬ ਵਿੱਚ ਬਾਕੀ ਮਜ਼ਾਹਿਬ ਜਿਹੜੇ ਨੇ ਜੀ ਉਹ ਉਤਨੀ ਬੜੀ ਤਾਦਾਦ ਵਿੱਚ ਨਹੀਂ ਸਨ, ਨਾਲੇ ਉਹਨਾਂ ਦੀ ਜ਼ਿਆਦਾਤਰ ਉਹ ਜਗ੍ਹਾ ਵੀ ਇੱਥੇ ਨਾ ਮੁਕੱਦਸ ਥਾਵਾਂ ਵੀ ਇੱਥੇ ਪਾਕਿਸਤਾਨ। ਹਾਂਜੀ ਹਾਂਜੀ। ਤੇ ਇਸ ਵਾਸਤੇ ਇਹ ਹੈ ਕਿ ਅਸੀਂ ਇੰਟਰਫੇਥ ਹਾਰਮਨੀ ਨੂੰ ਹੀ ਫੋਕਸ ਕਰਨੇ ਆ ਕਿ तमाम ਮਜ਼ਾਹਿਬ ਜਿੰਨੇ ਵੀ ਪੰਜਾਬੀ ਬੋਲਣ ਵਾਲੇ, ਜਿਹੜਾ ਮੈਂ ਤੁਹਾਨੂੰ ਅਦਾਰੇ ਦਾ ਨਾਮ ਦੱਸਿਆ ਨਾ ਜੀ, ਵਰਡ ਸੈਂਟਰ ਫਾਰ ਪੰਜਾਬੀ, ਇਹਦੇ ਚ ਪੰਜਾਬੀ ਤੋਂ ਮੁਰਾਦ ਪੰਜਾਬੀ ਲੋਕ ਵੀ ਨੇ ਜੀ, ਪੰਜਾਬੀ ਜ਼ਬਾਨ ਵੀ, ਪੰਜਾਬੀ ਕਲਚਰ ਵੀ, ਯਾਨੀ ਪੰਜਾਬੀ ਪੰਜਾਬ ਨਾਲ ਰਿਲੇਟਡ ਰੱਖਣ ਵਾਲੀ ਹਰ ਸ਼ੈ ਸਹੀ। ਤੇ ਉਹਦੇ ਵਿੱਚ ਸਾਰੇ ਮਜ਼ਾਹਿਬ ਵੀ ਆ ਜਾਂਦੇ ਨੇ ਔਰ ਸਾਡੇ ਰਾਬਤੇ 'ਚ ਮੁਖਤਲਿਫ ਮਜ਼ਾਹਿਬ ਦੇ ਲੋਕ ਵੀ ਨੇ ਔਰ ਸਿੱਖ ਮੁਸਲਿਮ ਤੇ ਹੈ ਹੀ ਹੈ ਜ਼ਾਹਿਰ, ਠੀਕ ਹੈ ਨਾ ਜੀ। ਤੇ ਜਿਸ ਤਰ੍ਹਾਂ ਮੈਂ ਬੇਸਿਕਲੀ ਦੱਸਿਆ ਕਿ ਇਹ ਅਦਾਰਾ ਚੂੰਕਿ ਸਿੱਖਾਂ ਨੂੰ ਫੈਸਿਲੀਟੇਟ ਜ਼ਿਆਦਾ ਕਰਦਾ ਸੀ, ਕਿਉਂਕਿ ਇਹਦੇ ਨਾ ਜੀ ਸ਼ਰਾਈਨ ਦੇ 4 ਵਿੰਗ ਨੇ, ਉਹਦੇ ਵਿੱਚੋਂ ਇੱਕ ਹਿੰਦੂ ਧਰਮ ਨੂੰ ਵੀ ਅੱਛਾ, ਉਹਦੇ ਵਿੱਚ ਜੈਨ ਵੀ ਹੈ ਔਰ ਬਾਕੀ ਵੀ ਹੈ, ਔਰ ਇੱਕ ਸਿੱਖ ਧਰਮ ਨੂੰ। ਠੀਕ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਅਦਾਰਾ ਸੀ ਦਿਆਲ ਸਿੰਘ ਰਿਸਰਚ ਐਂਡ
ਕਲਚਰ ਫੋਰਮ, ਇਸੇ ਤਰ੍ਹਾਂ ਇੱਕ ਹਿੰਦੂ ਕਲਚਰ ਵੀ ਹੈ, अच्छा ਇੱਕ ਫੋਰਮ ਹਿੰਦੂ ਕਲਚਰ ਤੋਂ ਵੀ ਰਿਲੇਟਿਡ। वाह ਤੇ ਅਸੀਂ ਉਹਨਾਂ ਦੀ ਡੋਮੇਨ ਵਿੱਚ ਜ਼ਿਆਦਾ ਇੰਟਰਫੇਅਰ ਨਹੀਂ नहीं कर ठीक है। ਲੇਕਿਨ ਇਹ ਹੈ ਕਿ ਓਵਰਆਲ ਪੰਜਾਬੀ ਹੋਣ ਦੇ ਨਾਤੇ ਉਹ ਪੰਜਾਬੀ ਆਸਟ੍ਰੇਲੀਆ 'ਚ ਬੈਠਾ, ਉਹ ਦੁਨੀਆ ਦੇ कितने भी बैठा है या किसी भी मजहब नाल ਕਿਸੇ ताल्लुक ਮਜ਼ਹਬ ਨਾਲ मैं ਬੈਠਾ। समझ ਈਵਨ ਸਾਡੇ ਚੜ੍ਹਦੇ ਪੰਜਾਬ ਵਿੱਚ ਬੇਸ਼ੁਮਾਰ ਹਿੰਦੂ ਧਰਮ ਦੇ ਦੋਸਤ ਨੇ, बिल्कुल बहुत ज्यादा बड़े पढ़े लिखे लोग पंजाबी जी जी अमृतसर यूनिवर्सिटी ਵਿੱਚ ਸਾਰੇ ਸਾਡਾ ਸ਼ੁਭਾ ਹੈ, ਚੰਡੀਗੜ੍ਹ ਹੈ हर जगह से ਉਹਦੇ ਵਿੱਚ ਬਹੁਤ ਸਾਰੇ ਸਕਾਲਰ ਬੈਠੇ ਨੇ, ਉਹ ਮੇਰੇ ਰਾਬਤੇ 'ਚ ਨਹੀਂ ਹੈ। ਜਿੰਨੀ ਵੀ ਉੱਥੇ ਬੇਸ਼ੁਮਾਰ ਨੇ ਉੱਥੇ ਤਾਂ ਜ਼ਾਹਿਰ ਹੈ ਉਹ ਤੇ ਇਹੀ ਅਸੀਂ ਟਾਰਗੇਟ ਰੱਖਿਆ ਹੈ ਕਿ ਜੀ ਜਿੱਥੇ ਵੀ ਪੰਜਾਬੀ ਨੇ ਬਿਆਨ ਦਾ ਮਜ਼ਹਬ, ਉਹਨਾਂ ਨੂੰ ਆਪਣੇ ਪਲੇਟਫਾਰਮ ਤੇ ਲਿਆਂਦਾ ਜਾਏ। ਡਾਕਟਰ ਨਾਇਲਾ ਤੁਸੀਂ ਕੋਈ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਡਾਕਟਰ ਸਾਹਿਬ ਮੈਂ ਜੀ, ਪੁੱਛਣਾ ਕਰ- ਚਾਹਨੀ ਹਾਂ ਕਿ ਮੈਨੂੰ ਥੋੜੀ ਕਲੈਰਿਟੀ ਚਾਹੀਦੀ ਹੈ ਲਾਈਕ ਇਸ ਇੰਸਟੀਟਿਊਸ਼ਨ ਬਾਰੇ ਚ। ਚਲੋ ਇੱਕ ਪਲੇਟਫਾਰਮ ਮਿਲ ਰਿਹਾ ਜਿੱਥੇ ਸਭ ਇਕੱਠੇ ਹੁੰਦੇ ਪਏ ਨੇ। ਮੈਂ ਪੁੱਛਣਾ ਚਾਹਨੀ ਹਾਂ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਮੁxtਲਿਫ ਸੂਬਿਆਂ 'ਚ ਬੈਠੇ ਹਾਂ ਲੋਕ, ਜੀ ਔਰ ਪੰਜਾਬ ਤੋਂ ਜੁੜੇ ਹੋਏ ਹਾਂ, ਮੈਂ ਵੀ ਲਾਹੌਰ ਤੋਂ ਹਾਂ ਬੇਸਿਕਲੀ, ਸੋ ਅਸੀਂ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦੇ ਹਾਂ ਇਹਦੇ ਵਿੱਚ? ਲਾਈਕ ਤੁਸੀਂ ਕੋਈ ਕਾਨਫਰੰਸਿਸ ਕਰਾਉਂਦੇ ਹੋ, ਕੋਈ ਸੈਮੀਨਾਰਸ ਹੁੰਦੇ ਨੇ, ਜਿਸ ਤਰ੍ਹਾਂ ਲੋਕ ਬਾਹਰ ਬੈਠੇ ਨੇ, ਤੁਸੀਂ ਜ਼ੂਮ ਦੇ ਥਰੂ ਜਾਂ ਇੰਟਰਨੈਟ ਦੇ ਥਰੂ ਕਿਸ ਤਰ੍ਹਾਂ ਲੋਕਾਂ ਨੂੰ ਕਨੈਕਟ ਕਰ ਸਕਦੇ ਹੋ? ਅਗਰ ਸੈਮੀਨਾਰਸ ਇੱਥੇ ਅਰੇਂਜ ਕਰਾਈਏ ਔਰ ਉੱਥੇ ਲੋਕਾਂ ਨੂੰ ਖਾਇਆ ਜਾਏ, ਜਾਂ ਜ਼ੂਮ ਦੇ ਲਿੰਕ ਦੇ ਥਰੂ ਅਸੀਂ ਕਨੈਕਟ ਹੋ ਸਕਦੇ ਹਾਂ, ਤੇ ਉਹਦੀ ਕੀ ਸਿਚੁਏਸ਼ਨ ਹੈ ਇਸ ਇੰਸਟੀਟਿਊਸ਼ਨ ਦੇ ਵਿੱਚ? ਜੀ ਨਾਇਲਾ ਬੇਟਾ, ਮੈਂ ਨਾ ਸ਼ੁਰੂ 'ਚ ਦੱਸਿਆ ਕਿ ਮੇਰੇ ਇਸ ਅਦਾਰੇ ਵਿੱਚ ਸਿਰਫ ਮਖਸੂਸ ਇਵੈਂਟਸ ਉਹਨਾਂ ਦੇ ਉੱਤੇ ਪ੍ਰੋਗਰਾਮ ਹੁੰਦੇ ਸੀ। ਮਿਸਾਲ ਦੇ ਤੌਰ ਤੇ ਅੱਜ ਸਿੱਖ ਧਰਮ ਦੇ 5ਵੇਂ ਗੁਰੂ ਉਹਨਾਂ ਦੀ ਸ਼ਹਾਦਤ ਦਾ ਦਿਨ ਹੈ, ਇਸ ਵੇਲੇ ਲਾਹੌਰ ਵਿੱਚ ਮੇਨ ਸੈਰੇਮਨੀ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਆਉਣ, ਸਾਰੀ ਦੁਨੀਆ ਜਾਣਦੀ ਹੈ ਕਿ ਉਹ ਪੰਜਾਬ ਦੇ ਵਾਹਿਦ ਰੂਲਰ ਸਨ। ਪੰਜਾਬੀ ਹੋਣ ਦੇ ਨਾਤੇ ਜਿਤਨਾ ਉਹਨਾਂ ਨੇ ਹੋਲਡ ਸੀ ਪੰਜਾਬ ਦੇ ਉੱਤੇ, ਤੇ ਉਹਨਾਂ ਦੀ ਬਰਸੀ ਆ ਰਹੀ ਹੈ 29 ਤਾਰੀਖ ਨੂੰ। ਫਿਰ ਇਸੇ ਤਰ੍ਹਾਂ ਬਾਬਾ ਗੁਰੂ ਨਾਨਕ, ਕਿਉਂਕਿ ਪੰਜਾਬ ਵਿੱਚ ਪੈਦਾ ਹੋਏ, ਨਨਕਾਣਾ ਸਾਹਿਬ ਵਿੱਚ ਪੈਦਾ ਹੋਏ, ਉਹ ਸ਼ਹਿਰ ਅੱਜ ਵੀ ਉਹਨਾਂ ਦੇ ਨਾਂ ਦੇ ਨਾਲ ਹੀ ਪਛਾਣਿਆ ਜਾ ਰਿਹਾ। ਤੇ ਫਿਰ ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਜੋਤੀ ਜੋਤ, ਕਿਉਂਕਿ ਡੈਥ ਦਾ ਲਫ਼ਜ਼ ਉਹ ਯੂਜ਼ ਨਹੀਂ ਕਰਦੇ, ਉਹ ਕਹਿੰਦੇ ਨੇ ਜੀ ਕਿ ਜੋਤੀ ਜੋਤ ਸਮਾ ਗਿਆ ਸੀ। ਜਿਵੇਂ ਸਾਡੇ ਲਈ ਲਫ਼ਜ਼ ਇੰਤਕਾਲ ਅਸੀਂ ਕਹਿੰਦੇ ਜੀ ਕਿ ਜਾਂ ਵਾਸਲ ਹੋ ਗਿਆ, ਤੇ ਇਸ ਤਰ੍ਹਾਂ ਉਹ ਈਵੈਂਟ ਹੈ ਸਤੰਬਰ ਵਿੱਚ ਹੁੰਦਾ। ਜਨਮ ਦਿਨ ਦਾ ਈਵੈਂਟ ਜਿਹੜਾ ਨਵੰਬਰ ਵਿੱਚ ਹੁੰਦਾ। ਫਿਰ ਗੁਰੂ ਰਾਮਦਾਸ ਸਿੱਖ ਧਰਮ ਦੇ ਤੀਸਰੇ ਗੁਰੂ ਨੇ, ਜਿਹੜੇ ਚੂਨਾ ਮੰਡੀ ਲਾਹੌਰ ਵਿੱਚ ਅੰਦਰੂਨ ਸ਼ਹਿਰ ਵਿੱਚ ਪੈਦਾ ਹੋਏ ਸੀ। ਫਿਰ ਉਹ ਨਾਨਾ ਨੇ ਗੁਰੂ ਅਰਜਨ ਦੇਵ ਦੇ ਵਾਲਿਦ ਸਾਹਿਬ ਗੁਰੂ ਰਾਮਦਾਸ ਜੀ ਜਿਹੜੇ ਨੇ, ਉਹ ਵੀ ਗੁਰੂ ਰਹੇ ਨੇ, ਉਹ ਚੌਥੇ ਗੁਰੂ ਸਨ। 5ਵੇਂ ਗੁਰੂ ਫਿਰ ਅਰਜਨ ਦੇਵ ਜੀ ਆਏ। ਤੇ ਇਹ ਤਸਲਸਲ ਚੂੰਕਿ ਲਾਹੌਰ ਨਾਲ ਰਿਲੇਟਿਡ ਹੈ, ਇਸ ਵਾਸਤੇ ਇਹ ਇਵੈਂਟਸ ਜਿਹੜੇ ਨੇ ਜੀ ਇਹ ਹੁੰਦੇ ਸਨ। ਲੇਕਿਨ ਮੈਂ ਆ ਕੇ ਤੇ ਇਸ ਨੂੰ ਇੱਕ ਤੇ ਕਲਚਰਲ ਐਕਟੀਵਿਟੀ ਚੇਂਜ, ਕਿਉਂਕਿ ਪੰਜਾਬੀ ਜਿਹੜੀ ਹੈ ਨਾ ਜੀ, ਉਹ ਪੰਜਾਬ ਦੇ ਕਲਚਰ ਤੋਂ, ਜ਼ਬਾਨ ਹਮੇਸ਼ਾ ਧਰਤੀ ਤੋਂ ਫੁੱਟਦੀ ਹੈ, ਧਰਤੀ ਤੋਂ ਪਹਿਲੇ ਕਲਚਰ ਡਿਵੈਲਪ ਹੁੰਦਾ, ਕਲਚਰ ਤੋਂ ਫਿਰ ਜ਼ਬਾਨ, ਤੇ ਬੋਲਣ ਤੋਂ ਬਾਅਦ ਵਿੱਚ ਲਿਖਣ ਦੇ ਮਰਹਲੇ 'ਚ ਆਉਂਦੀ ਹੈ, ਪਹਿਲੇ ਬੋਲੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਕਲਚਰ ਦੇ ਉੱਤੇ ਸਾਡਾ ਫੋਕਸ ਸੀ, ਔਰ ਉਹਦੀ ਰੀਜ਼ਨ ਵੀ ਇਹ ਸੀ ਕਿ ਇਸ ਵੇਲੇ ਪੂਰੀ ਵਰਲਡ ਵਿੱਚ ਲੋਕ ਆਪਣੇ ਕਲਚਰ ਤੋਂ ਪਿੱਛੇ ਹਟ ਰਹੇ, ਪੰਜਾਬੀ ਕਲਚਰ ਤੋਂ ਲੋਕ ਪਿੱਛੇ ਹਟ ਰਹੇ। ਖਾਸ ਤੌਰ ਤੇ ਨਵੀਂ ਜਨਰੇਸ਼ਨ ਜਿਹੜੀ ਹੈ ਨਾ ਜੀ, ਉਹ ਬੜੀ ਤੇਜ਼ੀ ਦੇ ਨਾਲ ਮੁxtਲਿਫ ਕਲਚਰ ਅਡਾਪਟ ਕਰ ਰਹੀ ਹੈ। ਉਹ ਵੀ ਮਜਬੂਰੀ ਹੈ ਉਹਨਾਂ ਦੀ, ਜਿਸ ਜਗ੍ਹਾ ਤੁਸੀਂ ਰਹੋਗੇ ਉੱਥੋਂ ਦਾ ਪਹਿਨਾਵਾ ਵੀ ਤੁਸੀਂ, ਫਿਰ ਉੱਥੋਂ ਦਾ ਖਾਣਾ ਪੀਣਾ, ਬਾਕੀ ਐਕਟੀਵਿਟੀਜ਼ ਸਾਰੀ ਅਡਾਪਟ ਕਰੋਗੇ, ਮਜਬੂਰੀ ਹੁੰਦੀ ਹੈ। ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਕਲਚਰ ਨੂੰ ਅਹਿਮੀਅਤ ਦਈਏ ਔਰ ਦੱਸੀਏ ਦੁਨੀਆ ਨੂੰ ਕਿ ਇਹ ਕਲਚਰ ਜਿਹੜਾ ਇਹ ਮਤਲਬ ਇਹਦੇ 'ਚ ਕੋਈ ਐਸੀ ਚੀਜ਼ ਨਹੀਂ ਹੈ। ਮਿਸਾਲ ਦੇ ਤੌਰ ਤੇ ਇੱਕ ਮੈਂ ਛੋਟੀ ਜਿਹੀ ਮਿਸਾਲ ਦੇਣਾ ਕਿ ਪੰਜਾਬ ਦੇ ਪੂਰੇ ਖਿੱਤੇ 'ਚ ਤੁਸੀਂ ਕਿਤੇ ਵੀ ਜਾਓਗੇ, ਉੱਥੇ ਲਫ਼ਜ਼ ਮੈਂ ਜਾਂ ਮੇਰਾ ਯੂਜ਼ ਨਹੀਂ ਹੁੰਦਾ। ਉੱਥੇ ਅਸੀਂ ਜਾਂ ਸਾਡਾ, ਠੀਕ ਹੈ ਨਾ ਜੀ। ਤੁਸੀਂ ਕਿਸੇ ਦੇ ਘਰ ਮਹਿਮਾਨ ਵੀ ਜੇ ਨਾ ਜੀ, ਉਹ ਤੁਹਾਨੂੰ ਕਹੇਗਾ ਆਓ ਜੀ ਤੁਹਾਨੂੰ ਮੈਂ ਫਲਾਂ ਚੀਜ਼ ਦਿਖਾਵਾਂ, ਇਹ ਸਾਡਾ ਖੂਹ ਹੈ,
ਉਹ ਸਾਡਾ ਲਫ਼ਜ਼ ਨਹੀਂ ਬਣਾਏਗਾ, ਯਾਨੀ ਇਹ ਆਪਣਾ ਕੁੜੀ ਹੈ, ਇਹ ਆਪਣੇ ਖੇਤ ਨੇ, ਇਹ ਆਪਣਾ ਫਲਾਣ, ਇਹ ਜਿਹੜੀ ਇੱਕ ਅਪਣਾਈਅਤ ਵਾਲਾ ਅੰਸਰ ਹੈ। ਅੱਜ ਵੀ ਤੁਸੀਂ ਦੇਖੋਗੇ ਕਿ ਪੰਜਾਬੀ ਦੇ ਅੱਗੇ ਕੋਈ ਵੀ ਮਜ਼ਹਬ ਹੋਵੇ, ਅਗਰ ਉਹ ਪੰਜਾਬੀ ਹੈ ਤਾਂ ਉਹ ਐਵੇਂ ਹੀ ਲੱਗਦਾ ਕਿ ਜਿਵੇਂ ਅਸੀਂ ਇੱਕੋ ਕੁਛ ਹੈ। ਕਨੈਕਟੀਵਿਟੀ ਹੈ ਬਹੁਤ ਜ਼ਿਆਦਾ। ਠੀਕ ਹੈ ਨਾ ਜੀ। ਤੇ ਇਸ ਵਾਸਤੇ ਮੈਂ ਫੋਕਸ ਰੱਖਿਆ ਕਲਚਰ ਔਰ ਉਹਦੇ 'ਚ ਫਿਰ ਇਹ ਹੈ ਕਿ ਜਿੰਨੇ ਵੀ ਸਾਡੇ ਕਲਚਰਲ ਇਵੈਂਟਸ ਜਿਨ੍ਹਾਂ ਵਿੱਚੋਂ ਵਿਸਾਖੀ ਹੈ, ਅਸੀਂ ਪਿਛਲੇ ਮਹੀਨੇ ਹੀ ਕਰਕੇ ਹਟੇ ਹਾਂ, ਅਪ੍ਰੈਲ 'ਚ ਹੁੰਦਾ ਵਿਸਾਖੀ ਦਾ। ਤੇ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਨਾ ਜੀ, ਕਿ ਮੇਰਾ ਫੋਕਸ ਇਹ ਹੈ ਕਿ ਫਿਜ਼ੀਕਲੀ ਜਿਹੜਾ ਨਾ ਜੀ, ਉਹ ਤੁਹਾਨੂੰ ਸਭ ਨੂੰ ਪਤਾ ਕਿ 2019 ਵਿੱਚ ਕੋਵਿਡ ਦੇ ਬਾਅਦ ਐਕਟੀਵਿਟੀ ਬਹੁਤ ਹੀ ਮਹਿਦੂਦ ਹੋ ਗਈ। ਅਸੀਂ ਫਿਰ ਇਹਨੂੰ ਸੋਸ਼ਲ ਮੀਡੀਆ ਦੇ ਉੱਤੇ, ਇੰਟਰਨੈਟ ਦੇ ਉੱਤੇ, ਉਹਦੇ ਨਾਲ ਇੱਕ ਤਰ੍ਹਾਂ ਸਾਨੂੰ ਮੌਕਾ ਮਿਲਿਆ ਪੂਰੀ ਦੁਨੀਆ ਨਾਲ ਮੁਤਾਰਫ ਹੋਣ ਦਾ। ਜੀ ਫਿਜ਼ੀਕਲੀ ਜੇ ਤੁਸੀਂ ਕਾਨਫਰੰਸ ਕਰਦੇ ਜੇ ਜਾਂ ਇਵੈਂਟ ਕਰਦੇ ਜੇ ਤਾਂ ਫਿਰ ਤੇ ਕੋਈ ਬੰਦਾ ਪਹੁੰਚੇਗਾ ਨਾ ਜੀ ਤੱਕ। ਲੇਕਿਨ ਇਹ ਹੈ ਕਿ ਇਹਦੇ ਨਾਲ ਤੁਸੀਂ ਦੁਨੀਆ ਦੇ ਕਿਤੇ ਵੀ ਖਿੱਤੇ 'ਚ ਬੈਠੇ ਬੰਦੇ ਨੂੰ ਆਪਣੇ ਨਾਲ ਜੋੜ ਸਕਦੇ ਹੋ। ਔਰ ਬੜੀ ਵੱਡੀ ਗੱਲ ਹੈ ਕਿ ਜਦੋਂ ਅਸੀਂ ਉਹ ਸਕਰੀਨ ਦੇ ਉੱਤੇ ਸਾਰਾ ਕੁਝ ਦੇਖ ਰਹੇ ਹੁੰਦੇ ਹਾਂ ਤਾਂ ਇਵੇਂ ਲੱਗਦਾ ਜਿਵੇਂ ਅਸੀਂ ਇੱਕ ਟੇਬਲ ਦੇ ਉੱਤੇ ਬੈਠੇ ਡਿਸਕਸ ਕਰ ਰਹੇ ਹਾਂ। ਇਹ ਅਪਣਾਈਅਤ ਜਿਹੜੀ ਆ, ਇਹ ਸਾਨੂੰ ਕਰੀਬ ਕਰ ਰਹੀ ਹੈ। ਔਰ ਦੂਸਰਾ ਇਹ ਹੈ ਕਿ ਸਾਡਾ ਫੋਕਸ ਇਹ ਵੀ ਹੈ ਕਿ ਜਿਹੜੇ ਸਾਡੇ ਬਾਕੀ ਦੇ ਇਵੈਂਟ ਨੇ, ਜਿਹੜੇ ਕਲਚਰ ਦੇ ਨਾਲ ਤਾਲੁਕ ਰੱਖਦੇ ਨੇ, ਉਹਨਾਂ ਨੂੰ ਵੀ ਹਾਈਲਾਈਟ ਕੀਤਾ ਜਾਏ ਤਾਂ ਕਿ ਦੁਨੀਆ ਨੂੰ ਦੱਸਿਆ ਜਾਏ ਕਿ ਦੇਖੋ ਜੀ ਕਿ ਪੰਜਾਬ ਦਾ ਕਲਚਰ। ਮਸਲਨ ਪੰਜਾਬ ਗੌਰਮੈਂਟ ਨੇ ਨਾ ਜੀ 14 ਮਾਰਚ ਜਿਹੜਾ ਉਸ ਨੂੰ ਪੰਜਾਬੀ ਕਲਚਰ ਡੇ ਦੇ ਤੌਰ ਤੇ ਅਨਾਉਂਸ, ਉਹਦੇ ਤੇ ਅਸੀਂ ਵੈਬੀਨਾਰ ਦੀ ਸੂਰਤ ਵਿੱਚ ਵੀ ਪ੍ਰੋਗਰਾਮ ਕਰ ਰਹੇ ਹਾਂ ਔਰ ਫਿਜ਼ੀਕਲੀ ਵੀ ਕਰ ਰਹੇ ਹਾਂ। ਤੇ ਉਹ ਸਾਡਾ ਮੈਸੇਜ ਜਿਹੜਾ ਪੂਰੀ ਦੁਨੀਆ ਤੱਕ ਜਾ ਰਿਹਾ। ਇਸ ਤਰ੍ਹਾਂ ਦੇ ਇਵੈਂਟਸ ਦੇ ਨਾਲ ਅਸੀਂ ਦੁਨੀਆ ਨੂੰ ਇਕੱਠਾ ਕਰ ਰਹੇ ਹਾਂ। अच्छा तनीस साहब, ਤੁਸੀਂ ਕੋਈ ਸਵਾਲ ਕਰਾਉਣਾ ਚਾਹੋ? ਮੈਂ ਸਮਝਦਾ ਕਿ ਇੱਕ ਤੇ ਮਾਹੌਲ ਇਤਨਾ ਅੱਛਾ ਨਹੀਂ ਹੈ। ਅਸੀਂ ਬਹਰਲ ਮੈਂ ਨਾ ਕੋਲ ਆਰਾਮ ਨਾਲ ਉੱਥੇ ਜਾਵਾਂਗਾ, ਲਾਹੌਰ ਜਾ ਕੇ ਅਗਲਾ ਹਿੱਸਾ ਕਰਾਂਗੇ ਅਸੀਂ ਆਰਾਮ ਨਾਲ। ਇਸ਼ਾਨ ਨਿਸ਼ਾਨ ਨਹੀਂ ਜਿਸ ਤਰ੍ਹਾਂ ਦੇ ਸਾਡੇ ਕੋਲ ਸ਼ਖਸੀਅਤ ਆਈ ਹੋਈ ਹੈ, ਲੇਕਿਨ ਚूंकि ਅਸੀਂ ਬੈਠੇ ਹੋਏ ਸੀ ਤਾਂ ਮੈਂ ਕਿ ਚਲੋ ਇਹ ਸਾਡੇ ਕੋਲ ਫਾਇਦੇ ਦੀ ਗੱਲ ਹੈ ਕਿ ਨਾ ਫਿਰ ਕਦੋਂ ਆਉਣਾ ਸੀ। ਇਹ ਸਾਡੇ ਵਾਸਤੇ ਖੁਸ਼ਕਿਸਮਤੀ ਕਿ ਆ ਗਏ, ਤੇ ਨਹੀਂ ਤਾਂ ਸਾਡੇ ਕੋਲ ਸਟੂਡੀਓ ਵੀ ਪਿਆ ਮੌਜੂਦ ਹੈ ਤੇ ਉੱਥੇ ਵੀ, ਮਗਰ ਅਸਾਂ ਕਿਹਾ ਕਿ ਚਲੋ ਹੁਣ ਇੱਥੇ ਕਰ ਲਈਏ। ਅਗਰ ਪਹਿਲੇ ਪਤਾ ਹੁੰਦਾ ਤੇ ਫਿਰ ਨਾਲ ਮਜ਼ੀਦ। ਲੇਕਿਨ ਤੁਸੀਂ ਕੋਈ ਅਗਰ ਸਵਾਲ ਕਰਨਾ ਚਾਹੋ ਤਾਂ ਨਾਲ ਕਰੋ ਤੁਸੀਂ ਸਵਾਲ। ਹਾਂਜੀ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਗੁਰਮੁਖੀ ਵਿੱਚ ਉਹਦੇ ਐਲਫਾਬੈਟਸ ਹੁੰਦੇ ਨੇ, ਗੁਰਮੁਖੀ ਦਰਜ ਹੁੰਦੇ ਨੇ, ਤੇ ਪੰਜਾਬੀ ਦੇ ਰੂਪੇ ਤਹਜੀ ਜਿਹੜੇ ਨੇ ਐਲਫਾਬੈਟਸ ਨੇ ਉਹ ਆਮ ਕਿਉਂ ਨਹੀਂ ਉਸ ਤਰ੍ਹਾਂ? ਇਹਦੇ ਲਈ ਕੀ ਕੀਤਾ ਜਾ ਸਕਦਾ? ਤੁਹਾਡਾ ਸਵਾਲ ਬੜਾ ਇੰਪੋਰਟੈਂਟ ਵੀ ਹੈ ਔਰ ਬੜਾ ਲੈਂਥੀ ਵੀ ਹੈ, ਲੇਕਿਨ ਇਹਦਾ ਜਵਾਬ ਦੇਣ ਤੋਂ ਪਹਿਲੇ ਨਾ ਜੀ ਮੈਂ ਇੱਕ ਛੋਟੀ ਜਿਹੀ ਰਿਕੁਐਸਟ ਕਰਾਂਗਾ ਕਿ ਜ਼ਿਹਨ ਵਿੱਚ ਸਾਨੂੰ ਪੰਜਾਬ ਦੀ ਤਾਰੀਖ ਰੱਖਣੀ ਪਏਗੀ। ਜਦ ਤੱਕ ਅਸੀਂ ਉਹਦੇ 'ਤੇ ਫੋਕਸ ਨਹੀਂ ਕਰਾਂਗੇ ਅਸੀਂ ਅੱਗੇ ਨਹੀਂ ਚੱਲ ਸਕਾਂਗੇ।